ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਅੱਜ ਆਪਾਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਇਹ ਆ ਕਿ ਹਰ ਵਕਤ ਪੋਜ਼ਿਟਿਵ ਸੋਚਣਾ ਹੈ ਜਿਹੜਾ ਉਹ ਵੀ ਖਤਰਨਾਕ ਸਾਬਤ ਹੋ ਸਕਦਾ। ਤੁਸੀਂ ਦੇਖਿਆ ਹੋ ਜ਼ਿਆਦਾਤਰ ਆਪਾਂ ਜਦੋਂ ਕੋਈ ਵੀ ਕਿਤਾਬਾਂ ਪੜ੍ਹਦੇ ਹਾਂ, ਜਦੋਂ ਆਪਾਂ ਅਖਬਾਰ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਜਾਂ ਕੋਈ ਵੀ ਵਿਚਾਰ ਲਿਖੇ ਮਿਲਦੇ ਆ ਉਹ ਇਹ ਲਿਖੇ ਮਿਲਦੇ ਆ ਕਿ ਆਪਾਂ ਹਮੇਸ਼ਾ ਹੀ ਪੋਜ਼ਿਟਿਵ ਸੋਚੋ, ਹਮੇਸ਼ਾ ਹੀ ਪੋਜ਼ਿਟਿਵ ਗੱਲਾਂ ਨੂੰ ਗ੍ਰਹਿਣ ਕਰੋ, ਸਾਰਾ ਕੁਝ ਪੋਜ਼ਿਟਿਵ ਹੋਵੇ। ਨੈਗੇਟਿਵਿਟੀ ਉਹ ਆਮ ਹੀ ਆਪਾਂ ਪੜ੍ਹਦੇ ਆ ਵੀ ਨੈਗੇਟਿਵਿਟੀ ਤੋਂ ਦੂਰ ਰਹੋ, ਪਰ ਇਹ ਸੋਚੋ ਕਿ ਪ੍ਰਮਾਤਮਾ ਨੇ ਹਮੇਸ਼ਾ ਹੀ ਦੋ ਚੀਜ਼ਾਂ ਇਸ ਧਰਤੀ ਦੇ ਉੱਪਰ ਬਣਾਈਆਂ ਨੇ, ਜਿਵੇਂ ਕਿ ਜ਼ਮੀਨ ਤੇ ਅਸਮਾਨ ਹੈ, ਨਰ ਮਾਦਾ ਹੈ। ਜਿਵੇਂ ਆਪਾਂ ਕਹਿ ਲਈਏ ਇੱਕ ਚੀਜ਼ ਗਰਮ ਆ, ਇੱਕ ਠੰਡੀ ਆ, ਮਿੱਠਾ ਕੌੜਾ। ਸੋ ਪ੍ਰਮਾਤਮਾ ਨੇ ਸਾਰੀਆਂ ਦੋ ਚੀਜ਼ਾਂ ਬਣਾ ਕੇ ਇਸ ਧਰਤੀ ਦੇ ਉੱਪਰ ਭੇਜੀਆਂ ਏ। ਇਹ ਕਿਵੇਂ ਹੋ ਸਕਦਾ ਕਿ ਆਪਾਂ ਹਮੇਸ਼ਾ ਪੋਜ਼ਿਟਿਵ ਹੀ ਸੋਚੀ ਜਾਈਏ ਤੇ ਨੈਗੇਟਿਵ ਸਾਡੇ ਕੰਮ ਦਾ ਹੀ ਨਾ ਹੋਵੇ? ਇਹ ਕਦੇ ਨਹੀਂ ਹੋ ਸਕਦਾ। ਆਪਾਂ ਉਹੀ ਅੱਜ ਉਹ ਗੱਲ ਪੇਸ਼ ਕਰਨੀ ਚਾਹੁੰਦੇ, ਕਿਉਂਕਿ ਜਿਹੜੀ ਪੋਜ਼ਿਟਿਵਿਟੀ ਹੈ ਨਾ ਸਾਡੇ ਲਈ ਇਹ ਖਤਰਨਾਕ ਤਾਂ ਬਣਦੀ ਹੈ ਕਿਉਂਕਿ ਜੇ ਅਸੀਂ ਹਮੇਸ਼ਾ ਪੋਜ਼ਿਟਿਵਿਟੀ ਨੂੰ ਹੀ ਗ੍ਰਹਿਣ ਕਰੀ ਗਏ, ਨੈਗੇਟਿਵਿਟੀ ਨੂੰ ਅਸੀਂ ਇਗਨੋਰ ਕਰਕੇ ਰੱਖਿਆ ਤਾਂ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਹੈ ਉਹ ਸਾਡੇ ਸਾਹਮਣੇ ਆ ਸਕਦੀਆਂ ਹੈ। ਉਦਾਹਰਣ ਦੇ ਤੌਰ ਤੇ ਜੇ ਸਾਡੇ ਪਿੰਡ ਦੇ ਵਿੱਚ ਕਿਸੇ ਡਾਕਟਰ ਦੀ ਦੁਕਾਨ ਖੁੱਲ੍ਹੀ ਹੈ ਜਾਂ ਕਿਸੇ ਡਾਕਟਰ ਦਾ ਕਲੀਨਿਕ ਸਾਡੇ ਪਿੰਡ ਖੁੱਲ੍ਹਾ ਹੈ ਤਾਂ ਉਹ ਇਸ ਕਰਕੇ ਖੁੱਲ੍ਹਾ ਹੈ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਜਦੋਂ ਕਦੇ ਵੀ ਉਹਨਾਂ ਨੂੰ ਬੁਖਾਰ ਹੋਇਆ, ਉਹਨਾਂ ਨੂੰ ਟਾਈਫਾਇਡ ਹੋਇਆ, ਸ਼ੂਗਰ ਹੋਇਆ ਜਾਂ ਉਹਨਾਂ ਦੇ ਸਿਰ ਪੀੜ ਹੁੰਦੀ, ਦਰਦ ਹੁੰਦੀ, ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੈ ਤਾਂ ਉਹ ਡਾਕਟਰ ਉਹਦਾ ਇਲਾਜ ਕਰ ਸਕਦਾ, ਉਹਦੇ ਟੀਕਾ ਇੰਜੈਕਸ਼ਨ ਲਾ ਸਕਦਾ, ਉਹਨੂੰ ਦਵਾਈ ਦੇ ਸਕਦਾ। ਜਦੋਂ ਕਿਤੇ ਕਿਸੇ ਡਾਕਟਰ ਦਾ ਨਵਾਂ ਕਲੀਨਿਕ ਖੁੱਲ੍ਹਦਾ ਏ ਤਾਂ ਆਪਾਂ ਕਿਤੇ ਜਾ ਕੇ ਉਹਨੂੰ ਇਹ ਨਹੀਂ ਕਹਿੰਦੇ ਵੀ ਭਾਈ ਇਹ ਤਾਂ ਨੈਗੇਟਿਵਿਟੀ ਆ, ਸਾਡੇ ਪਿੰਡ 'ਚ ਤਾਂ ਬਿਮਾਰੀ ਫੈਲਣੀ ਹੋਈ ਨਹੀਂ, ਤੁਸੀਂ ਇਹ ਕਿਉਂ ਸੋਚਦੇ ਹੋ ਵੀ ਸਾਡੇ ਪਿੰਡ 'ਚ ਬਿਮਾਰੀ ਫੈਲੇ? ਤਾਂ ਉਹਦਾ ਕਾਰਨ ਇਹ ਆ ਨਾ ਕਿ ਉਹ ਡਾਕਟਰ ਕਿੱਥੇ ਚਾਹੁੰਦਾ ਵੀ ਪਿੰਡ ਦੇ ਵਿੱਚ ਬਿਮਾਰੀ ਫੈਲੇ? ਪਿੰਡ ਦਾ ਕੋਈ ਵੀ ਬੰਦਾ ਨਹੀਂ ਚਾਹੁੰਦਾ ਪਿੰਡ 'ਚ ਬਿਮਾਰੀ ਫੈਲੇ, ਪਰ ਸਾਨੂੰ ਆਪਣਾ ਹੱਲ ਤਾਂ ਕਰਕੇ ਰੱਖਣਾ ਹੀ ਪੈਣਾ ਨਾ ਕਿ ਜੇ ਅੱਗੇ ਤੋਂ ਕਦੇ ਪਿੰਡ 'ਚ ਕੋਈ ਬਿਮਾਰੀ ਫੈਲਦੀ ਆ ਤਾਂ ਇਸ ਕਰਕੇ ਉਹ ਡਾਕਟਰ ਤੋਂ ਆਪਾਂ ਉਹ ਇਲਾਜ ਕਰਵਾ ਲਾਂਗੇ। ਹੱਲ ਤਾਂ ਕਰਕੇ ਰੱਖਣਾ ਹੀ ਪੈਂਦਾ ਨਾ ਆਪਾਂ ਨੂੰ ਸਾਰਾ ਉਹ। ਸੋ ਇਹੀ ਗੱਲ ਸਾਡੀ ਜ਼ਿੰਦਗੀ ਦੇ ਉੱਪਰ ਹੈ ਜਿਹੜੀ ਉਹ ਲਾਗੂ ਹੁੰਦੀ ਆ ਕਿ ਸਾਨੂੰ ਨੈਗੇਟਿਵਿਟੀ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਅਸੀਂ ਇਹ ਨੈਗੇਟਿਵਿਟੀ ਨੂੰ ਆਪਣੇ ਆਪ ਤੋਂ ਪਾਸੇ ਨਹੀਂ ਕਰ ਸਕਦੇ, ਆਪਣੀ ਜ਼ਿੰਦਗੀ ਤੋਂ ਜੁਦਾ ਨਹੀਂ ਕਰ ਸਕਦੇ। ਜਿੱਥੇ ਪੋਜ਼ਿਟਿਵਿਟੀ ਦਾ ਸਾਡੀ ਜ਼ਿੰਦਗੀ 'ਚ ਪੂਰਾ ਰੋਲ ਆ ਉੱਥੇ ਨੈਗੇਟਿਵਿਟੀ ਦਾ ਵੀ ਓਨਾ ਹੀ ਰੋਲ ਆ, ਕਿਉਂਕਿ ਜੇ ਅਸੀਂ ਆਪਣੇ ਮਾੜੇ ਪੱਖ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਅਸੀਂ ਸੁਚੇਤ ਹੋਵਾਂਗੇ। ਜਿਵੇਂ ਕਿ ਅੱਜ ਆਪਾਂ ਬੱਚਿਆਂ ਦੀ ਗੱਲ ਕਰ ਲਈਏ, ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਆ ਤਾਂ ਉਹਨਾਂ ਨੂੰ ਕੀ ਲੱਗਦਾ ਕਿ ਚਲੋ ਜੀ ਅਸੀਂ ਤਾਂ +2 ਤੱਕ 12ਵੀਂ ਤੱਕ ਪੜ੍ਹਨਾ, ਉਸ ਤੋਂ ਬਾਅਦ ਹੈ ਜਿਹੜਾ ਅਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਚਲੇ ਜਾਣਾ ਤੇ ਸਾਡੀ ਲਾਈਫ ਹੈ ਜਿਹੜੀ ਉਹ ਸੈਟਲ ਹੋ ਜਾਣੀ ਹੈ, ਸਾਨੂੰ ਤਾਂ ਕਿਸੇ ਗੱਲ ਦਾ ਕੋਈ ਰੌਲਾ ਹੀ ਨਹੀਂ ਹੈ। ਪਰ ਕਈ ਵਾਰਾਂ ਕੀ ਹੁੰਦਾ ਕਿ ਜਦੋਂ ਘਰ ਦੇ ਵਿੱਚ ਕਈ ਵਾਰ ਹਾਲਾਤ ਬਦਲ ਜਾਂਦੇ ਆ, ਕਈ ਵਾਰ ਕੋਈ ਆਰਥਿਕ ਮੰਦਹਾਲੀ ਮਨੁੱਖ ਦੇ ਉੱਤੇ ਆ ਜਾਂਦੀ ਆ ਤਾਂ ਜਿਹੜਾ ਪਰਿਵਾਰ ਦਾ ਸਾਰਾ ਉਹ ਕੀਤਾ ਹੋਈ ਪਲੈਨਿੰਗ ਉਹ ਸਾਰੀ ਤਹਿਸ ਨਹਿਸ ਹੋ ਜਾਂਦੀ ਆ। ਉਦੋਂ ਫਿਰ ਬੰਦਾ ਸੋਚਦਾ ਵੀ ਮੈਂ ਤਾਂ ਇੰਨੇ ਚਿਰ ਦੇ ਵਿੱਚ ਕੋਈ ਕੰਮ ਹੀ ਸਿੱਖ ਲੈਂਦਾ। ਤੇ ਸਮਾਜ ਦੇ ਵਿੱਚ ਇਹ ਬਹੁਤ ਚੀਜ਼ਾਂ ਦੇਖਣ ਨੂੰ ਵੀ ਆਈਆਂ, ਜਿਹੜੇ ਸਿਰਫ ਪੜ੍ਹੇ ਹੀ ਆ ਬੱਚੇ, ਉਹਨਾਂ ਨੇ ਸਿੱਖਿਆ ਕੁਝ ਨਹੀਂ, ਪਰ ਉਹ ਆਪਣੀ ਪੜ੍ਹਾਈ ਦੇ ਕਰਕੇ ਉਹਨਾਂ ਨੂੰ ਅੱਗੇ ਜੌਬ ਨਹੀਂ ਮਿਲ ਰਹੀ ਤੇ ਉਹ ਬੇਰੁਜ਼ਗਾਰ ਫਿਰਦੇ ਆ, ਜਿਹੜੇ ਕਿ ਕਈ ਵਾਰ ਕਿਸੇ ਨਸ਼ੇ ਵਾਲੇ ਪਾਸੇ ਲੱਗ ਜਾਂਦੇ ਆ ਜਾਂ ਹੋਰ ਗਲਤ ਪਾਸੇ ਆ ਜਿਹੜੇ ਕਈ ਵਾਰੀ ਉਹ ਚੁਣ ਲੈਂਦੇ ਆ ਬੱਚੇ। ਸੋ ਕਿਉਂ ਨਾ ਇਹ ਗੱਲ ਹੋਵੇ ਕਿ ਆਪਾਂ ਨਾਲ ਪੜ੍ਹਦੇ ਵੀ ਰਹੀਏ, ਨਾਲ ਕੋਈ ਕਿੱਤਾ ਮੁਖੀ ਕੋਰਸ ਵੀ ਚੁਣੀਏ। ਮੇਰੇ ਕਹਿਣ ਦਾ ਭਾਵ ਕਿ ਇਹ ਨਾ ਆਪਾਂ ਹਮੇਸ਼ਾ ਹੀ ਸੋਚ ਕੇ ਰੱਖੀਏ ਚਲੋ ਆਪਾਂ ਤਾਂ ਵਧੀਆ ਗੱਲ, ਆਪਾਂ ਤਾਂ ਸੋਚ ਕੇ ਤੇ ਇਹੀ ਚੱਲੋ ਨਾ ਵੀ ਜੇ ਆਪਾਂ ਪੜ੍ਹਦੇ ਹਾਂ ਅਸੀਂ ਵਿਦੇਸ਼ਾਂ 'ਚ ਸੈਟਲ ਹੋ ਜਾਈਏ, ਸਾਨੂੰ ਵਧੀਆ ਜੌਬ ਮਿਲੇ, ਪਰ ਕਿਤੇ ਨਾ ਕਿਤੇ ਸਾਨੂੰ ਇਹ ਨੈਗੇਟਿਵ ਪੱਖ ਵੀ ਲੈ ਕੇ ਚੱਲਣਾ ਪਊਗਾ ਕਿ ਜੇ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਘਰ 'ਚ ਹਾਲਾਤ ਇੱਦਾਂ ਦੇ ਬਣ ਗਏ ਤਾਂ ਕੀ ਕਰਾਂਗੇ? ਜੇ ਬਾਹਰ ਨਾ ਜਾਇਆ ਗਿਆ, ਕੋਈ ਇੱਥੇ ਸਰਕਾਰੀ ਜੌਬ ਨਹੀਂ ਮਿਲਦੀ ਤਾਂ ਅਸੀਂ ਫਿਰ ਉਦੋਂ ਕੀ ਕਰਨਾ ਹੈ? ਤਾਂ ਉਦੋਂ ਸਾਡਾ ਉਹ ਕਰਨ ਵਾਸਤੇ ਕੋਈ ਨਾ ਕੋਈ ਹੱਲ ਲੱਭਿਆ ਹੋਵੇ, ਅਸੀਂ ਕੋਈ ਕਿੱਤਾ ਜਾਣਦੇ ਹੋਈਏ ਤਾਂ ਕਿ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਹੈ ਉਹ ਪਾਲਣ ਪੋਸ਼ਣ ਕਰ ਸਕੀਏ। ਇਹ ਨਾ ਸੋਚੀਏ ਵੀ ਨਹੀਂ ਤਾਂ ਨੈਗੇਟਿਵਿਟੀ ਆ ਜੀ, ਜੌਬ ਤਾਂ ਮਿਲੂਗੀ, ਇਹ ਤਾਂ ਨੈਗੇਟਿਵਿਟੀ ਆ ਜੀ, ਨੈਗੇਟਿਵ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ, ਵਿਦੇਸ਼ ਤਾਂ ਜਾਣਾ ਹੀ ਜਾਣਾ। ਜਦੋਂ ਤੁਸੀਂ ਗੁਰਬਾਣੀ ਦਾ ਆਪਾਂ ਜਦੋਂ ਪੱਖ ਲਵਾਂਗੇ ਨਾ ਤਾਂ ਗੁਰਬਾਣੀ ਨੇ ਇਹਦੇ ਵਿੱਚ ਬਹੁਤ ਸਰਲ ਤਰੀਕੇ ਦੇ ਵਿੱਚ ਸਮਝਾਇਆ, ਕਿਉਂਕਿ ਗੁਰਬਾਣੀ ਤਾਂ ਮਨੁੱਖ ਨੂੰ ਥਾਂ ਤੇ ਇਹ ਗੱਲ ਕਹਿੰਦੇ ਆ ਵੀ ਬੰਦਿਆ ਤੇਰਾ ਪਤਾ ਹੀ ਕਦੋਂ ਨਹੀਂ, ਤੇਰਾ ਕੀ ਪਤਾ ਤੂੰ ਕਿਹੜੇ ਵੇਲੇ, ਤੇਰਾ ਭਰੋਸਾ ਹੀ ਹੈ ਨਹੀਂਗਾ, ਕਿਹੜੇ ਵੇਲੇ ਤੇਰੇ ਪ੍ਰਾਣ ਨਿਕਲ ਜਾਣ, ਜਿੰਨਾ ਚਿਰ ਹੈ ਤੂੰ ਚੰਗੇ ਕੰਮ ਕਰ। ਹੁਣ ਉੱਥੇ ਆਪਾਂ ਗੁਰੂ ਸਾਹਿਬ ਜੀ ਦੀ ਸੋਚ ਨੂੰ ਇਹ ਥੋੜ੍ਹਾ ਕਵਾਂਗੇ ਗੁਰੂ ਸਾਹਿਬ ਜੀ ਤੁਸੀਂ ਤਾਂ ਨੈਗੇਟਿਵ ਹੀ ਸੋਚੀ ਜਾਂਦੇ ਹੋ, ਕੀ ਪਤਾ ਆਪਾਂ ਕਿੰਨਾ ਚਿਰ ਜਿਉਈਏ, ਤੁਸੀਂ ਤਾਂ ਹੁਣੇ ਮਰਨ ਦੀਆਂ ਗੱਲਾਂ ਕਰੀ ਜਾਂਦੇ ਹੋ।
ਸੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਹੀ ਮਾਰਗ ਦਰਸਾਇਆ ਕਿ ਤੂੰ ਆਪਣਾ ਜਿਹੜਾ ਹੈ, ਜੇ ਪੋਜ਼ਿਟਿਵ ਪੱਖ ਨੂੰ ਲੈ ਕੇ ਚੱਲਦਾ, ਜੇ ਚੜ੍ਹਦੀ ਕਲਾ ਵਾਲੀ ਗੱਲ ਨੂੰ ਲੈ ਕੇ ਚੱਲਦਾ, ਤਾਂ ਆਪਣੀ ਨੈਗੇਟਿਵਿਟੀ ਨੂੰ ਵੀ ਉਵੇਂ ਬਰਾਬਰ ਰੱਖ ਆਪਣੇ ਨਾਲ। ਜਦੋਂ ਰਾਗ ਸ਼੍ਰੀ ਰਾਗ ਪੜ੍ਹਦੇ ਹਾਂ ਆਪਾਂ, ਤਾਂ ਸ਼੍ਰੀ ਰਾਗ ਦੇ ਵਿੱਚ ਜਦੋਂ ਭਗਤ ਬਾਣੀ ਸ਼ੁਰੂ ਹੁੰਦੀ ਆ ਤਾਂ ਬਾਬਾ ਕਬੀਰ ਜੀ ਦਾ ਸ਼ਬਦ ਆ, ਉੱਥੇ ਉਹਨੂੰ ਗੌਰ ਨਾਲ ਪੜ੍ਹਿਓ ਸ਼ਬਦ ਨੂੰ, ਦੇਖਿਓ ਬਾਬਾ ਕਬੀਰ ਜੀ ਕੀ ਕਹਿਣਾ ਚਾਹੁੰਦੇ ਆ। ਬਾਬਾ ਕਬੀਰ ਜੀ ਉੱਥੇ ਇੱਕ ਨਾ ਮਾਂ ਨੂੰ ਸਮਝਾਉਣਾ ਚਾਹੁੰਦੇ ਆ ਕਿ ਜਦੋਂ ਬੱਚਾ ਛੋਟਾ ਹੁੰਦਾ ਨਾ, ਇੱਕ ਉਹ ਤੁਰਿਆ ਫਿਰਦਾ, ਘਰੇ ਖੇਡਦਾ, ਤੇ ਹੌਲੀ ਹੌਲੀ ਉਹ ਹੱਥ ਪਾ ਕੇ ਮੰਜੇ ਦੀ ਬਾਹੀ ਨੂੰ ਉੱਠਦਾ, ਫਿਰ ਉਹ ਬੱਚਾ ਕਈ ਵਾਰ ਰੁੜਦਾ ਏ, ਹੌਲੀ ਹੌਲੀ ਉਹ ਤੁਤਲਾ ਬੋਲਣ ਲੱਗਦਾ ਬੱਚਾ। ਤਾਂ ਜਦੋਂ ਉਹਨਾਂ ਦੇ ਘਰੇ ਕੋਈ ਮਹਿਮਾਨ ਆਉਂਦਾ ਤੇ ਉਹ ਬੱਚੇ ਨੂੰ ਚੱਕਦੇ ਆ, ਪਿਆਰ ਲਾਡ ਕਰਦੇ ਆ ਸਾਰੇ, ਤਾਂ ਬੱਚੇ ਦੀ ਮਾਂ ਇੱਕ ਗੱਲ ਕਹਿੰਦੀ ਆ ਕਿ ਮੇਰਾ ਬੱਚਾ ਹੁਣ ਵੱਡਾ ਹੋਣ ਲੱਗਿਆ। ਪਰ ਉੱਥੇ ਬਾਬਾ ਕਬੀਰ ਜੀ ਸਮਝਾਉਂਦੇ ਆ ਕਿ ਮਾਂ ਤੂੰ ਕਮਲੀ ਏ, ਤੈਨੂੰ ਨਹੀਂ ਪਤਾ, ਤੈਨੂੰ ਲੱਗਦਾ ਇਹ ਵੱਡਾ ਹੁੰਦਾ ਜਾਂਦਾ, ਪਰ ਇਹ ਤਾਂ ਛੋਟਾ ਹੁੰਦਾ ਜਾਂਦਾ ਏ। ਉੱਥੇ ਬਾਬਾ ਕਬੀਰ ਜੀ ਕਹਿੰਦੇ ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਜਨਨੀ ਕਿਹਾ ਜਾਂਦਾ ਮਾਂ ਨੂੰ, ਬਾਬਾ ਕਬੀਰ ਜੀ ਕਹਿੰਦੇ ਮਾਂ ਨੂੰ ਲੱਗਦਾ, ਸੁੱਤ ਦਾ ਭਾਵ ਹੁੰਦਾ ਪੁੱਤਰ, ਕੇ ਮਾਂ ਨੂੰ ਲੱਗਦਾ ਕਿ ਪੁੱਤ ਵੱਡਾ ਹੁੰਦਾ ਜਾਂਦਾ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ। ਬਾਬਾ ਕਬੀਰ ਜੀ ਕਹਿੰਦੇ ਉਹਨੂੰ ਇੰਨਾ ਨਹੀਂ ਪਤਾ ਜੇ ਦਿਨ ਦਿਨ ਅਵਧ ਘਟਤ ਹੈ। ਬਾਬਾ ਕਬੀਰ ਜੀ ਕਹਿੰਦੇ ਉਹਨੂੰ ਭੋਲੀ ਨੂੰ ਕਿਹੜਾ ਸਮਝਾਵੇ ਕਿ ਇਹ ਤਾਂ ਦਿਨੋਂ ਦਿਨ ਘਟ ਰਿਹਾ ਏ, ਕਿਉਂਕਿ ਮਨੁੱਖ ਦਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਹੈ ਨਾ। ਹੁਣ ਤੁਸੀਂ ਉੱਥੇ ਬਾਬਾ ਕਬੀਰ ਜੀ ਨੂੰ ਇਹ ਥੋੜ੍ਹਾ ਕਹੋਗੇ ਕਿ ਬਾਬਾ ਕਬੀਰ ਜੀ ਦੇ ਇੱਥੇ ਨੈਗੇਟਿਵਿਟੀ ਆਪਣੀ ਪੇਸ਼ ਕਰ ਰਹੇ ਆ, ਕਿ ਗੱਲ ਬੱਚੇ ਦੇ ਜਨਮ ਦੀ ਚੱਲਦੀ, ਉਹਨੂੰ ਮੌਤ ਦੀ ਗੱਲ ਕਰ ਰਹੇ ਹੋ। ਬਾਬਾ ਕਬੀਰ ਜੀ ਨੇ ਉੱਥੇ ਪਹਿਲਾਂ ਹੀ ਦੱਸਿਆ ਕਿ ਬੰਦਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਹੈ ਉਹਦਾ। ਇਹ ਨਾ ਜਾਣੇ ਮਾਂ ਕਿ ਮੇਰਾ ਪੁੱਤ ਵੱਡਾ ਹੁੰਦਾ ਜਾਂਦਾ, ਜਨਮ ਤੋਂ ਲੈ ਕੇ ਉਸ ਤੋਂ ਬਾਅਦ ਹਰ ਸਾਲ ਛੋਟਾ ਹੀ ਹੁੰਦਾ ਜਾਂਦਾ ਬੰਦਾ, ਵੱਡਾ ਨਹੀਂ ਹੁੰਦਾ। ਸੋ ਹਰ ਥਾਂ ਤੇ ਜਿਹੜੀ ਉਹ ਨੈਗੇਟਿਵਿਟੀ ਆ ਉਹ ਸਾਡੇ ਹਮੇਸ਼ਾ ਨਾਲ ਹੀ ਰਹੂਗੀ। ਸੋ ਜਿਹੜੇ ਅੱਜ ਕੱਲ੍ਹ ਦੇ ਉਹ ਬੱਚੇ ਆ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਤੁਸੀਂ ਪੜ੍ਹਦੇ ਹੋ, ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪੜ੍ਹਦੇ ਹੋ, ਨਾਲ ਕਿਤੇ ਨਾ ਕਿਤੇ ਕਿੱਤਾ ਮੁਖੀ ਕੋਰਸ ਆ ਜਿਹੜੇ ਉਹਨਾਂ ਨੂੰ ਵੀ ਚੁਣ ਕੇ ਆਪਾਂ ਚੱਲੀਏ, ਕਿਉਂਕਿ ਹਾਲਾਤਾਂ ਦਾ ਕਦੇ ਨਹੀਂ ਪਤਾ ਲੱਗਦਾ ਹੁੰਦਾ, ਕਦੋਂ ਜਿਹੜੇ ਹਾਲਾਤ ਆ ਉਹ ਆਪਣੇ ਉਹ ਡੋਲ ਜਾਣ, ਕਈ ਵਾਰ ਆਰਥਿਕ ਮੰਦਹਾਲੀ ਆ ਜੇ ਤੇ ਅਸੀਂ ਇੱਕ ਟੀਚਾ ਲੈ ਕੇ ਬੈਠੀ ਹੋਈ ਵੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ, ਆਪਾਂ ਤਾਂ ਬਾਹਰ ਚਲੇ ਜਾਣਾ। ਕੱਲ੍ਹ ਨੂੰ ਕੋਈ ਅਜਿਹੇ ਹਾਲਾਤ ਬਣ ਗਏ, ਸਾਨੂੰ ਕੋਈ ਕੰਮ ਕਰਨਾ ਪੈ ਗਿਆ ਤੇ ਕਰਨਾ ਆਉਂਦਾ ਨਾ ਹੋਵੇ ਸਾਨੂੰ, ਫਿਰ ਅਸੀਂ ਕਰਾਂਗੇ ਕੀ? ਸੋ ਕਿਤੇ ਨਾ ਕਿਤੇ ਸਾਨੂੰ ਸਾਰੇ ਕੰਮ ਆ ਜਿਹੜੇ ਚੁਣਨੇ ਪੈਣੇ। ਅੱਜ ਦੇਖੋ ਬੱਚੇ ਟੀਚਿੰਗ ਲਾਈਨ 'ਚ ਨਹੀਂ ਆਉਣਾ ਚਾਹੁੰਦੇ, ਬੱਚੇ ਹੋਰ ਕਿਸੇ ਖੇਤਰ 'ਚ ਨਹੀਂ ਆਉਣਾ ਚਾਹੁੰਦੇ, ਬੱਚੇ ਖੇਡਾਂ ਦੇ ਵਿੱਚ ਵੀ ਕੋਈ ਜ਼ਿਆਦਾ ਭਾਗ ਨਹੀਂ ਲੈ ਰਹੇ। ਉਹਨਾਂ ਨੂੰ ਸਿਰਫ ਦਿਸਦਾ ਤਾਂ ਬੱਚਿਆਂ ਨੂੰ ਇਹੀ ਦਿਸਦਾ ਵੀ ਆਈਲੈਟਸ ਕਰਕੇ ਅਸੀਂ ਬਾਹਰ ਚਲੇ ਜਾਣਾ ਤੇ ਬਾਹਰ ਜਾ ਕੇ ਵਿਦੇਸ਼ਾਂ 'ਚ ਕੰਮ ਕਰਾਂਗੇ। ਕੰਮ ਇੱਧਰ ਬਹੁਤ ਨੇ ਕਰਨ ਵਾਲੇ, ਬੜਾ ਕੁਝ ਆ। ਜਿਹੜੇ ਲੋਕ ਬਾਹਰ ਨਹੀਂ ਜਾਂਦੇ ਕੀ ਉਹ ਇੱਧਰ ਜ਼ਿੰਦਗੀ ਨਹੀਂ ਜਿਉਂਦੇ? ਜਿਹੜੇ ਲੋਕ ਬਾਹਰ ਨਹੀਂ ਜਾਂਦੇ ਕੀ ਉਹ ਇੱਧਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰਦੇ? ਸੋ ਆਪਣੇ ਆਪ ਨੂੰ ਕਦੇ ਇਹ ਨਾ ਸੋਚੋ ਵੀ ਬਸ ਆਪਾਂ ਤਾਂ ਜੀ ਹੁਣ ਜ਼ਿੰਦਗੀ 'ਚ ਆਏ ਹੋ ਜਾਣਾ। ਕਈ ਵਾਰ ਇਹ ਚੀਜ਼ਾਂ ਨਾ ਅੱਗੇ ਜਾ ਕੇ ਖਤਰਾ ਪੈਦਾ ਕਰਦੀਆਂ ਏ। ਸੋ ਕਿਤੇ ਨਾ ਕਿਤੇ ਨੈਗੇਟਿਵ ਪੱਖ ਵੀ ਲੈ ਕੇ ਚੱਲੋ ਵੀ ਜੇ ਕਦੇ ਆਏ ਨਾ ਹੋਇਆ ਤਾਂ ਫਿਰ ਕੀ ਕਰਾਂਗੇ, ਇਹ ਚੀਜ਼ ਨੂੰ ਲੈ ਕੇ ਚੱਲੋ। ਆਪਾਂ ਇਤਿਹਾਸਕ ਪੱਖ ਵਿਚਾਰੀਏ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਦੇ ਆ ਤਾਂ ਉਦੋਂ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਚਨ ਕਰਦੇ ਆ ਕਿ ਹੇ ਪਾਤਸ਼ਾਹ, ਜਿਸ ਵੇਲੇ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਤੁਸੀਂ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ, ਤਾਂ ਤੁਸੀਂ ਜਿਸ ਵਕਤ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਸਾਨੂੰ ਸਿੰਘ ਬਣਾਇਆ, ਉਸ ਵਕਤ ਸਾਡੇ ਤੋਂ ਵੀ ਅੰਮ੍ਰਿਤਪਾਨ ਕੀਤਾ ਤੇ ਤੁਸੀਂ ਉਸ ਦਿਨ ਸਾਡੇ ਨਾਲ ਇੱਕ ਵਚਨ ਕੀਤਾ ਸੀ ਕਿ ਅੱਜ ਤੋਂ ਤੁਸੀਂ ਖਾਲਸਾ ਜਿਹੜਾ ਉਹ ਮੇਰਾ ਹੀ ਰੂਪ ਹੋ, ਅੱਜ ਤੋਂ ਤੁਸੀਂ ਮੈਨੂੰ ਕਦੇ ਹੁਕਮ ਵੀ ਕਰ ਸਕਦੇ ਹੋ। ਤੁਸੀਂ ਅੱਜ ਖਾਲਸਾ ਮੇਰਾ ਰੂਪ ਹੈ ਖਾਸ, ਤੁਸੀਂ ਅੱਜ ਖਾਸ ਰੂਪ ਬਣ ਗਏ ਤੇ ਤੁਸੀਂ ਕਦੇ ਮੈਨੂੰ ਹੁਕਮ ਵੀ ਕਰ ਸਕਦੇ ਹੋ, ਮੇਰੀ ਸਿਰਫ ਬੇਨਤੀ ਹੀ ਨਹੀਂ ਮੰਨਣੀ। ਤਾਂ ਪੰਜਾਂ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਹਾ ਕਿ ਅੱਜ ਅਸੀਂ ਤੁਹਾਨੂੰ ਹੁਕਮ ਕਰ ਰਹੇ ਹਾਂ ਕਿ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਗੁਰਮੁਖ ਪਿਆਰਿਓ, ਜਿੱਥੇ ਇੰਨੇ ਮੇਰੇ ਲਾਲ ਆ ਜਿਹੜੇ ਸ਼ਹੀਦ ਹੋਏ ਆ, ਜਿੱਥੇ ਇੰਨੇ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਜੰਗ ਦੇ ਮੈਦਾਨ ਦੇ ਵਿੱਚ, ਉੱਥੇ ਮੈਂ ਵੀ ਸ਼ਹੀਦ ਹੋ ਜਾਊਂਗਾ, ਐਡੀ ਕਿਹੜੀ ਗੱਲ। ਪਰ ਪੰਜਾਂ ਪਿਆਰਿਆਂ ਨੇ ਉੱਥੇ ਹੁਕਮ ਕਰਿਆ ਕਿ ਨਹੀਂ ਪਾਤਸ਼ਾਹ, ਤੁਸੀਂ ਜਿੱਥੇ ਖੜ ਗਏ ਸਾਡੇ ਵਰਗੇ ਲੱਖਾਂ ਹੀ ਯੋਧੇ ਪੈਦਾ ਕਰ ਸਕਦੇ ਹੋ, ਪਰ ਅਸੀਂ ਲੱਖਾਂ ਜਾਣੇ ਇਕੱਤਰ ਹੋ ਕੇ ਇੱਕ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ। ਤਾਂ ਉਹ ਹੁਕਮ ਨੂੰ ਮੰਨ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡੀ। ਸੋ ਜੇ ਉੱਥੇ ਪਾਤਸ਼ਾਹ ਸ਼ਹੀਦ ਹੋ ਜਾਂਦੇ, ਮੰਨ ਕੇ ਚੱਲੋ ਜੇ ਉੱਥੇ ਪਾਤਸ਼ਾਹ ਸ਼ਹੀਦ ਹੁੰਦੇ ਆ, ਤਾਂ ਅੱਜ ਜਿਹੜੀ ਉੱਥੋਂ ਦੀ ਸਾਖੀ ਆ, ਅੱਜ ਦਾ ਜਿਹੜਾ ਇਤਿਹਾਸ ਆ, ਉਹ ਸ਼ਾਇਦ ਕਿਸੇ ਹੋਰ ਤਰ੍ਹਾਂ ਦਾ ਹੁੰਦਾ। ਸੋ ਉੱਥੇ ਜੇ ਇਹ ਸੋਚ ਕੇ ਆਪਾਂ ਅੱਜ ਸੋਚ ਕੇ ਚੱਲੇ ਵੀ ਨਹੀਂ, ਗੁਰੂ ਸਾਹਿਬ ਜੀ ਨੇ ਉੱਥੇ ਨੈਗੇਟਿਵ ਪੱਖ ਚੁਣਿਆ, ਪਰ ਗੁਰੂ ਸਾਹਿਬ ਜੀ ਨੇ ਉੱਥੇ ਸੋਚਿਆ ਕਿ ਜੇ ਇੱਥੇ ਇੱਕ ਕਦਮ ਪਿੱਛੇ ਪੱਟ ਕੇ ਕੋਈ ਕੌਮ ਦਾ ਭਲਾ ਹੁੰਦਾ ਏ ਤਾਂ ਇੱਕ ਕਦਮ ਪਿੱਛੇ ਪੱਟਣਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡੀ, ਨੰਦੇੜ ਮਹਾਰਾਸ਼ਟਰ ਪਹੁੰਚ ਕੇ
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਦੇ ਵਿੱਚ ਭੇਜਿਆ ਤੇ ਮੁਗਲਾਂ ਦੀ ਜੜ ਇੱਥੋਂ ਪੱਟੀ ਗਈ। ਜੇ ਇੱਕ ਕਦਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿੱਛੇ ਪੱਟਿਆ ਤਾਂ ਉਹਦੇ ਵਿੱਚ ਕੌਮ ਦਾ ਭਲਾ ਹੋਇਆ। ਕੇਸਰੀ ਖਾਲਸਾਈ ਨਿਸ਼ਾਨ ਸਾਹਿਬ ਝੁੱਲੇ ਇੱਥੇ ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ। ਸੋ ਨੈਗੇਟਿਵ ਪੱਖ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ। ਕਈ ਵਾਰੀ ਇਹ ਪੋਜ਼ਿਟਿਵਿਟੀ ਆ ਬਹੁਤ ਖਤਰਾ ਪੈਦਾ ਕਰ ਦਿੰਦੀ ਆ। ਕਿਸੇ ਤਰ੍ਹਾਂ ਦੇ ਵੀ ਹਾਲਾਤ ਬਣ ਸਕਦੇ ਆ। ਹਰ ਵਕਤ ਆਪਣੇ ਆਪ ਨੂੰ ਪੋਜ਼ਿਟਿਵ ਹੀ ਨਹੀਂ ਲੈ ਕੇ ਚੱਲਣਾ ਚਾਹੀਦਾ, ਦੋਵੇਂ ਪੱਖਾਂ ਨੂੰ ਲੈ ਕੇ ਚੱਲਣਾ ਚਾਹੀਦਾ। ਕਿਉਂਕਿ ਜੇ ਆਪਾਂ ਦਿਨ ਰਾਤ ਦੀ ਗੱਲ ਕਰ ਲਈਏ, ਠੰਡੇ ਤੱਤੇ ਦੀ, ਗਰਮ ਸਰਦ ਦੀ ਗੱਲ ਕਰ ਲਈਏ, ਤਾਂ ਨੈਗੇਟਿਵਿਟੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀ ਆ। ਸੋ ਅੱਗੇ ਹੋਰ ਬਹੁਤ ਆਪਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਗਿਆਨ ਦੇ ਆਧਾਰਿਤ ਅਤੇ ਗੁਰ ਇਤਿਹਾਸ ਦੇ ਆਧਾਰਿਤ ਵੀਡੀਓ ਆ ਜਿਹੜੇ ਉਹ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।